किसानी संघर्ष लगातार जारी है। किसान लगातार अपनी गल ते अड़े ने कि सरकार काले कानून वापस ले, लेकिन जिन्ना हालातां दे विच हुण ये संघर्ष पहुंच चुकिया है कि ये मन्निया जा रहा है कि केंद्र सरकार किसानां दी गल नूं मन रही है। कितना किते रुख जिहड़ा वो नरम होया। उत्ते किसान भी ये गल कहंदे ने कि सरकार जेकर दो कदम तुरेगी तो असीं भी अपणियां गल्लां ते विचार वटांदरा कर रहे हैं। मैं तुहानूं तीन तस्वीरां इत्थे कुछ दिखावांगा कि आ तीन लोग ने, जिहड़े तीन शख्स इत्थे बैठे ने, एक दो ते तीन, ये तीन जिहड़े ने ये युवा सरपंच ने। ये जिहड़ी असीं गल करदे हां कि पंजाब दी जवानी नूं की होया, पंजाब किधर गया, ਉਹ ਜੇ ਉੜਦਾ ਪੰਜਾਬ ਦਾ ਨਾਂ ਦਿੱਤਾ ਗਿਆ ਸੀ। ਇਹ ਚੜ੍ਹਦਾ ਪੰਜਾਬ ਹੈ, ਉੜਦਾ ਪੰਜਾਬ ਨਹੀਂ। ਇਹਨਾਂ ਨਾਲ ਗੱਲ ਕਰਦੇ ਆ। ਭਾਜੀ ਹੁਣ ਕੀ ਲੱਗਦਾ, ਹੁਣ ਜਿਹੋ ਜਿਹਾ ਮਾਹੌਲ ਹੈ, ਲੱਗਦਾ ਸਰਕਾਰ ਚੁੱਕੀ ਹੈ, ਕੁਝ ਨਰਮ ਪੈਂਦੀ ਨਜ਼ਰ ਆਉਂਦੀ ਹੈ? ਵੇਖੋ ਲੱਗਦਾ ਤੇ ਹੈ, ਕਦੀ ਤਾਂ ਮਨ ਨੂੰ ਜੋ ਬੈਠ ਸੋਚਦੇ ਆ, ਵਿਚਾਰ ਲੈ ਆਉਂਦੇ ਆ, ਕਦੀ ਤਾਂ ਕਈ ਪੱਖਾਂ ਤੋਂ ਪਹਿਲੂ ਸੋਚਦੇ ਆ। ਕਦੀ ਤਾਂ ਐਵੇਂ ਲੱਗਦਾ ਵੀ ਸਰਕਾਰ ਉਲਝਾਉਣ ਦੀ ਕੋਸ਼ਿਸ਼ ਕਰ ਰਹੀ ਹੈ, ਹੌਲੀ ਹੌਲੀ ਉਸ ਰਸਤੇ ਤੁਰ ਰਹੀ ਹੈ ਵੀ ਸਟੈਪ ਬਾਈ ਸਟੈਪ ਸੰਘਰਸ਼ ਨੂੰ ਹਨਾ ਡਾਊਨ ਕੀਤਾ ਜਾਵੇ, ਤਾਂ ਖਤਮ ਕੀਤਾ ਜਾਵੇ। ਕਦੀ ਲੱਗਦਾ ਵੀ ਸ਼ਾਇਦ ਜਿਹੜਾ ਲੋਕ ਆ ਕੇ ਖੜੇ ਨੇ, ਦਿੱਲੀ ਜਾਮ ਹੋਈ ਹੈ, ਸ਼ਾਇਦ ਇਹ ਸਾਨੂੰ ਵੀ MSP ਜਾਂ ਸਾਡੇ ਕਿਸਾਨਾਂ ਦੀਆਂ ਜਥੇਬੰਦੀ ਦੇ ਮੰਗਾਂ ਮੰਨਣ ਵਾਲਾ ਚੱਲ ਰਹੇ ਨੇ। ਹਰ ਰੋਜ਼ ਦਿਨ ਚੜ੍ਹਨ ਤੋਂ ਲੈ ਕੇ ਦਿਮਾਗ ਹੋਰ ਹੁੰਦਾ, ਸ਼ਾਮ ਤੱਕ ਕੁਝ ਹੋਰ ਹੁੰਦਾ। ਠੀਕ ਹੈ, ਦੇਖਦੇ ਹਾਂ ਵੀ ਸਾਨੂੰ ਲੱਗਦਾ ਵੀ ਸਾਨੂੰ ਤੇ ਉਮੀਦ ਕਿਤੇ ਨਜ਼ਰ ਆਉਂਦੀ ਹੈ ਕਿ ਅਸੀਂ ਜਿਹੜੀ ਕਾਮਯਾਬੀ ਲਈ ਜਿਹੜੇ ਸੰਘਰਸ਼ ਲਈ ਤੁਰੇ ਸਾਂ ਉੱਥੇ ਪਹੁੰਚਾਂਗੇ। ਬਿਲਕੁਲ ਉਮੀਦ ਤਾਂ ਲੱਗਦੀ ਹੈ। ਜਿਸ ਦਿਨ ਤੋਂ ਦਿੱਲੀ 'ਚ ਵੜੇ ਹੋ ਉਸ ਦਿਨ ਤੋਂ ਹੀ ਪੂਰੇ ਆਪਣੇ ਪੰਜਾਬ 'ਚ ਤੁਸੀਂ ਵੇਖ ਲਓ, ਘਰ ਘਰ ਇਹ ਗੱਲਾਂ ਹੁੰਦੀਆਂ ਨੇ, ਲੋਕ ਵੇਖਦੇ ਪੈਣੇ। ਮੈਂ ਕਹਿੰਦਾ ਪੂਰੇ ਦੇਸ਼ ਦਾ ਹੀ ਧਿਆਨ ਇਸ ਵੱਲ ਹੈ ਤੇ ਸਾਨੂੰ ਉਮੀਦ ਹੈ ਵੀ ਜਿਵੇਂ ਪਹਿਲੇ ਗੇੜ ਦੀ ਮੀਟਿੰਗ, ਦੂਜੇ ਗੇੜ ਦੀ, ਤੀਜੇ ਗੇੜ ਦੀ, ਸ਼ਾਇਦ ਸਟੈਪ ਬਾਈ ਸਟੈਪ ਉਹ ਵੀ ਸ਼ਾਇਦ ਕਦੀ ਸੋਚਦੇ ਆ ਵੀ ਇਸ ਨੂੰ ਨਿਬੇੜਨ ਵੱਲ ਤੁਰ ਰਹੇ ਨੇ, ਵੱਡੇ ਵੱਡੇ ਦਿਮਾਗਾਂ ਦੀ ਸਲਾਹ ਲੈ ਰਹੇ ਨੇ। ਠੀਕ ਹੈ, ਵੀ ਇਸ ਨੂੰ ਨਿਬੇੜਨ ਵੱਲ ਤੁਰ ਰਹੇ ਨੇ। ਉਮੀਦ ਤਾਂ ਹੈ ਹੀ ਹੈ, ਉਮੀਦ ਤੇ ਦੁਨੀਆ ਕੰਮ ਹੈ। ਭਾਜੀ ਇੱਕ ਸਵਾਲ ਹੈ ਕਿ ਜਿਹੜੀ ਗੱਲ ਕਹੀ ਜਾਂਦੀ ਹੈ ਕਿ MSP ਸਾਨੂੰ ਮਿਲ ਜਾਵੇ, ਕਿ MSP ਜੇਕਰ ਸਾਡੀ MSP ਤੈਅ ਹੋ ਜਾਂਦੀ ਆ ਤੇ ਉਹਨਾਂ ਹਾਲਾਤਾਂ ਦੇ ਵਿੱਚ ਜਿਹੜਾ ਸਰਕਾਰੀ ਖਰੀਦ, ਕਿਉਂਕਿ 100% ਤੇ ਹੁੰਦੀ ਨਹੀਂ, ਤੇ ਜੇਕਰ ਜਿਹੜਾ ਕਿਸਾਨ 100% ਥੱਲੇ ਰਹਿ ਜਾਏਗਾ ਉਹਦੇ ਨਾਲ ਕੀ ਬਣੇਗਾ, ਉਹਦਾ ਹੱਲ ਕੀ ਹੋਊਗਾ? ਵੇਖੋ ਜੀ, ਗੱਲ ਇਦਾਂ ਹੈ ਨਾ ਜੀ, ਜਿੱਦਾਂ ਮੰਨ ਲਓ ਸਰਕਾਰ ਨੇ ਤਾਂ ਫਸਲ ਖਰੀਦਣੀ ਨਹੀਂ ਬਿਲਕੁਲ ਵੀ। ਜੇ ਆਪਾਂ ਕਹਿ ਦਈਏ MSP ਤੈਅ ਵੀ ਕਰਤੇ ਤੇ ਸਰਕਾਰ ਨੇ MSP ਤੈਅ ਕਰਨੀ ਹੈ ਪ੍ਰਾਈਵੇਟ ਕਾਰਪੋਰੇਟ ਘਰਾਣਿਆਂ ਵਾਸਤੇ ਵੀ ਤੁਸੀਂ ਇਦੋਂ ਥੱਲੇ ਨਹੀਂ ਖਰੀਦ ਸਕਦੇ। ਜੇ ਖਰੀਦਦੇ ਹੋ ਤੇ ਤੁਹਾਡੇ ਉੱਤੇ ਕਾਰਵਾਈ ਕੀਤੀ ਜਾਏਗੀ। ਇਹ ਇੱਕ ਸ਼ੋਸ਼ੇਬਾਜ਼ੀ ਹੁੰਦੀ ਹੈ, ਸਰਕਾਰ ਦੀ ਕਾਰਵਾਈ ਹੋਣੀ ਨਾ ਹੋਣੀ ਬਾਅਦ ਦੀਆਂ ਗੱਲਾਂ ਨੇ। ਤੇ ਪੂਰੇ ਕਾਰਪੋਰੇਟ ਜਿਹੜੇ ਘਰਾਣੇ ਨੇ ਉਹ ਸਾਰੀ ਫਸਲ ਨਹੀਂ ਖਰੀਦਣ ਲੱਗੇ ਪੰਜਾਬ ਦੀ। ਫਿਰ ਪੰਜਾਬ ਕੋਲ ਆਪਸ਼ਨ ਦੇਣਗੇ ਵੀ ਤੁਸੀਂ ਆਹ ਫਸਲ ਬੀਜੋ, ਆਹ ਬੀਜੋ, ਆਹ ਬੀਜੋ। ਕਈ ਫਸਲਾਂ ਐਵੇਂ ਦੀਆਂ ਨੇ ਜਿਹੜੀਆਂ ਸਾਨੂੰ ਅਜੇ ਤੱਕ ਕਰਨੀਆਂ ਨਹੀਂ ਆਉਂਦੀਆਂ, ਜਿਹਦੇ ਬਾਰੇ ਕਿਸਾਨਾਂ ਨੂੰ ਨੌਲੇਜ ਨਹੀਂ ਹੈਗੀ। ਦੂਜੀ ਗੱਲ ਇਹ ਵੇ ਵੀ ਜਿਹੜੀ MSP ਸਰਕਾਰ ਤੈਅ ਵੀ ਕਰਦੀ ਹੈ, ਮੰਨ ਲਓ 2200 ਰੁਪਇਆ ਤੈਅ ਕਰਦੀ ਹੈ, ਕੱਲ ਨੂੰ ਮੰਨ ਲਓ ਜਿਹੜੇ ਕਾਰਪੋਰੇਟ ਘਰਾਣੇ ਨੇ ਜਾਂ ਜਿਹੜੇ ਵਪਾਰੀ ਵਰਗ ਆਵੇਗਾ, ਉਹ ਜਦੋਂ ਸਾਰੀ ਫਸਲ ਨਾ ਖਰੀਦਣਗੇ, ਜਿਹੜੀ ਬਾਜੂਗੀ ਉਹ ਫਿਰ ਕਿਸ ਰੇਟ ਤੇ ਵਿਕੂਗੀ? ਉਹ ਫਿਰ ਕੌਣ ਉਸ ਨੂੰ ਉਸ ਰੇਟ ਤੇ ਖਰੀਦੇਗਾ? ਕਿਉਂਕਿ ਸਰਕਾਰ ਨੇ ਤੇ ਖਰੀਦਣਾ ਹੀ ਨਹੀਂ। ਸਰਕਾਰ ਨੇ ਤੇ ਕਹਿਣਾ ਅਸੀਂ MSP ਤੈਅ ਕਰਦੀ, ਤੁਸੀਂ ਆਪ ਦਾ ਦੇਖੋ। ਹੁਣ ਫਿਰ ਕਿਸਾਨ ਮਜਬੂਰੀ ਦਾ ਮਾਰਿਆ ਕਿਤੇ ਬਾਹਰ ਵੇਚੇਗਾ, ਸਟੇਟ ਤੋਂ ਬਾਹਰ ਵੇਚੇਗਾ। ਕਈਆਂ ਕੋਲ ਦੇ ਜਿਹਦੇ ਕੋਲ 2.5-3 ਕਿੱਲੇ ਨੇ ਉਹ ਸਟੇਟ ਤੋਂ ਬਾਹਰ ਖਰਚਾ ਕਰਕੇ ਜਾ ਵੀ ਨਹੀਂ ਸਕਦਾ, ਉਹਦੇ ਕੋਲ ਇੰਨੇ ਸਾਧਨ ਵੀ ਨਹੀਂ ਹੈਗੇ। ਜੇ ਬਾਈ ਚਾਂਸ ਕਿਸੇ ਤਰੀਕੇ ਦਾ ਕਾਰਪੋਰੇਟ ਘਰਾਣੇ ਨਾਲ ਰੌਲਾ ਪੈਂਦਾ ਤੇ 2.5-3-4 ਕਿੱਲੇ ਵਾਲੇ ਕੋਲ ਇੰਨੇ ਪੈਸੇ ਨਹੀਂ ਵੀ ਉਹ ਵਕੀਲ ਕਰਕੇ ਆਪ ਦਾ ਜਿਹੜਾ ਕੇਸ ਹੈ ਉਹ ਕੋਰਟ ਦੇ ਵਿੱਚ ਲੜ ਲੇ। ਕਿਉਂਕਿ SDM ਤੋਂ ਜੇ ਮਸਲਾ ਨਹੀਂ ਸੁਲਝਦਾ ਤੇ ਉਹਨਾਂ ਨੇ ਕੋਰਟ ਦੇ ਵਿੱਚ ਦੇ ਦੇਣਾ, ਜ਼ਿਲ੍ਹਾ ਅਧਿਕਾਰੀ ਨੂੰ ਦੇ ਦੇਣਾ। ਤੇ ਜ਼ਿਲ੍ਹਾ ਅਧਿਕਾਰੀ ਕੌਣ ਹੁੰਦਾ? DM ਹੁੰਦਾ ਜਾਂ ਜੱਜ ਹੁੰਦਾ, CGM ਜਿਹਨੂੰ ਆਪਾਂ ਕਹਿ ਦਿੰਦੇ ਆ। ਉੱਥੇ ਜੇਕਰ ਕੇਸ ਜਾਂਦਾ ਹੈ ਤੇ ਵਕੀਲ ਖੜਾ ਕਰਨਾ ਪੈਂਦਾ ਹੈ। ਤੇ ਅੱਜ ਕੱਲ੍ਹ 50-50,000 40-40,000 ਰੁਪਇਆ ਜਿਹੜੇ ਵਕੀਲ ਨੇ ਉਹ ਲੈਂਦੇ ਨੇ। ਬਸ ਉਹ ਜਿਹੜੀ 2.5-3 ਕਿੱਲਿਆਂ ਦੀ ਉਹਦੀ ਫਸਲ ਹੈ ਉਹ ਵਕੀਲ ਹੀ ਖਾ ਜਾਣਗੇ, ਕਿਸਾਨ ਦੇ ਪੱਲੇ ਕੁਝ ਨਹੀਂ ਪੈਂਦਾ ਜੀ। ਸਰਪੰਚ ਸਾਹਿਬ, ਇਹ ਤੁਸੀਂ ਜਿਹੜੀ ਗੱਲ ਕਹੀ ਸੀ ਕਿ ਪਹਿਲਾਂ ਵੀ ਆਪਣੀ ਗੱਲ ਹੋ ਰਹੀ ਸੀ ਕਿ ਜੇਕਰ MSP ਤੈਅ ਹੋ ਵੀ ਜਾਵੇ ਤਾਂ ਉਹਨਾਂ ਹਾਲਾਤਾਂ ਦੇ ਵਿੱਚ ਜਿਹੜਾ ਛੋਟਾ ਸਾਡਾ ਕਿਸਾਨ ਹੈ ਉਹਦੇ ਨਾਲ ਕੀ ਹੋਊਗਾ? ਕਿਉਂਕਿ 100% ਖਰੀਦਣੀ ਨਹੀਂ, ਇਹ ਅਸੀਂ ਵੀ ਜਾਣਦੇ ਹਾਂ। ਹਰ ਵਾਰੀ ਹੁੰਦਾ ਕਿ ਜੋ ਪ੍ਰੋਕਿਊਰਮੈਂਟ ਦੀ ਵਾਰੀ ਆਉਂਦੀ ਹੈ, ਭਾਵੇਂ ਪੈਡੀ ਹੋਵੇ ਭਾਵੇਂ ਵੀਟ ਹੋਵੇ, ਝੋਨੇ ਜਾਂ ਕਣਕ, ਦੋਵਾਂ ਵਾਰੀ ਇਹੀ ਕੰਮ ਹੁੰਦਾ ਹੈ ਕਿ ਹਰ ਪਾਸੇ ਰੌਲਾ ਇਹ ਹੁੰਦਾ ਹੈ ਕਿ ਸਾਡੀ ਖਰੀਦ ਸਰਕਾਰੀ ਤੇ ਹੋਈ ਨਹੀਂ ਜੀ, ਅਸੀਂ ਬਾਹਰ ਜਿਹੜਾ ਅਸੀਂ ਬਹੁਤ ਔਖੇ ਹੋਏ ਹਾਂ ਵੇਚਣ ਨੂੰ। ਵੇਖੋ ਜੀ, ਸਭ ਤੋਂ ਪਹਿਲਾਂ ਤਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜਿਹੜਾ ਤੁਹਾਡਾ ਸਵਾਲ ਹੈ MSP ਦਾ, MSP ਤਾਂ ਇਹ ਹੈ ਜੀ ਇੱਕ ਸ਼ੋਸ਼ੇਬਾਜ਼ੀ ਹੈ, ਵੀਰ ਜੀ ਨੇ ਜਿਵੇਂ ਦੱਸਿਆ ਹੀ ਹੈ। MSP ਲਾਗੂ ਕਰ ਦੂਗੀ ਸਰਕਾਰ, ਪਰ MSP ਦੇ ਨਾਂ ਤੇ ਛੋਟੇ ਕਿਸਾਨ ਨੂੰ ਲੁੱਟਿਆ ਹੁਣ ਵੀ ਜਾ ਰਿਹਾ ਤੇ ਅੱਗੇ ਵੀ ਲੁੱਟਿਆ ਜਾਏਗਾ। ਤੁਸੀਂ ਦੇਖਦੇ ਹੋ ਮੰਡੀਆਂ ਦੇ ਵਿੱਚ ਬੁਰਾ ਹਾਲ ਹੈ। MSP ਦੇ ਤਾਂ ਫਸਲ 40% ਫਸਲ MSP ਤੇ ਵਿਕਦੀ ਹੈ, 60% ਹੈ ਜਿਹੜੀ ਉਹ ਕਿਸਾਨ ਲਟੀਜ ਰਿਹਾ ਮੰਡੀਆਂ ਦੇ ਵਿੱਚ। ਕਦੀ ਤਾਂ ਮੋਇਸਚਰ ਦਾ ਬਹਾਨਾ ਲਾਇਆ ਜਾਂਦਾ ਹੈ ਕਿ ਮੋਇਸਚਰ ਜ਼ਿਆਦਾ ਹੈ, ਕਦੀ ਤੁਹਾਡੀ ਜਿਹੜੀ ਜਿਨਸ ਹੈ ਉਹਦੀ ਕੁਆਲਿਟੀ ਦੇ ਆਪਸ਼ਨ ਆਪਣਾ ਕੁਐਸਚਨ ਕਰਕੇ ਕਿ ਇਹਦੀ ਕੁਆਲਿਟੀ ਨਹੀਂ ਚੰਗੀ ਹੈਗੀ। ਕੋਈ ਨਾ ਕੋਈ ਬਹਾਨਾ ਲਾ ਕੇ ਕਿਸਾਨ ਨੂੰ ਲੁੱਟਿਆ ਜਾ ਰਿਹਾ। ਹੁਣ ਵੀ MSP ਦੇ ਨਾਮ ਤੇ ਲੁੱਟਿਆ ਜਾ ਰਿਹਾ ਤੇ ਅੱਗੇ ਵੀ ਲੁੱਟਿਆ ਜਾਏਗਾ। APMC ਜਿਹੜੀ ਬਣਾਈ ਸੀ ਉਹ ਇੱਕ ਹਿਸਾਬ ਦਾ ਲੁੱਟ ਹੀ ਹੈ ਜੀ ਪਹਿਲਾਂ ਵੀ, ਕਿਉਂਕਿ APMC ਜਿਹੜੀ
ਕਈ ਤਰ੍ਹਾਂ ਦੇ ਕੋਈ ਚੇਅਰਮੈਨ ਹੈ, ਕੋਈ ਮਾਰਕੀਟ ਕਮੇਟੀ ਹੈ, ਕੋਈ ਮੰਡੀਕਰਨ ਬੋਰਡ ਆ, ਉਹਦੇ ਵਿੱਚ ਵੀ ਬੜਾ ਲੰਮਾ ਚੌੜਾ ਸਿਸਟਮ ਆ। 8.5% ਜਿਹੜਾ ਲੱਗਦਾ ਉਹ ਇੱਕ ਹਿਸਾਬ ਦਾ ਬੋਝ ਵੀ ਕਿਸਾਨਾਂ ਦੀ ਪੈਂਦਾ, ਚਾਹੇ ਉਹਨੂੰ ਆਪਾਂ ਕਹਿ ਦਈਏ ਵੀ ਕਿਸਾਨਾਂ ਤੋਂ ਕਟਿੰਦਾ ਨਹੀਂ, ਪਰ ਪੈਂਦਾ ਤੇ ਬੋਝ ਹੈਗਾ ਹੈ ਨਾ। ਬਾਅਦ ਚੋਂ ਕਹਿੰਦੇ ਨੇ ਅਸੀਂ ਸਬਸਿਡੀ ਦਿੰਨੇ ਆ ਜੀ। ਵੇਖੋ ਇਹਦਾ ਨਾ ਚਲੋ APMC ਕਿਤੇ ਨੁਕਸਾਨਦਾਇਕ ਵੀ ਹੈਗੀ ਸੀ, ਕਿਉਂਕਿ ਬੜਾ ਲੰਮਾ ਚੌੜਾ ਸਿਸਟਮ ਬਣ ਗਿਆ ਸੀਗਾ, ਲੁੱਟ ਬੜੀ ਹੁੰਦੀ ਸੀਗੀ। ਵਪਾਰੀ ਤੇ ਜਿਹੜੇ APMC ਦੇ ਜਿਹੜੇ ਕਰਮਚਾਰੀ ਸੀ ਉਹ ਮਿਲ ਜਾਂਦੇ ਸੀ, ਆਪੋ ਹੀ ਤਾਂ ਤੈਅ ਕਰ ਦਿੰਦੇ ਸੀ ਸਿਸਟਮ ਨੂੰ। ਜੇਕਰ ਮੰਨ ਲਓ ਇਹ ਖਤਮ ਹੁੰਦੀ ਹੈ, APMC ਵੀ ਖਤਮ ਕਰ ਦਿੰਦੇ ਨੇ ਇਹ, ਕਿਉਂਕਿ MSP ਖਤਮ ਹੋਈ ਤੇ ਇਹ ਵੀ ਖਤਮ ਹੋਊਗੀ। ਤੇ ਜੇਕਰ ਇਹ ਖਤਮ ਹੁੰਦੀ ਹੈ ਨਾ, ਮੰਨ ਲਓ ਕੱਲ ਨੂੰ ਜਿਹੜੀ ਕਿਸਾਨਾਂ ਨੂੰ ਸਬਸਿਡੀ ਮਿਲਦੀ ਆ ਜਾਂ ਜਿਹੜੇ ਰੋਡ ਬਣਦੇ ਨੇ ਉਹ ਵੀ ਖਤਮ ਹੋ ਜਾਣਗੇ, ਉਹ ਵੀ ਨਹੀਂ ਬਣਨੇ, ਕਿਉਂਕਿ ਬੜਾ ਜਿਹੜਾ ਮੰਡੀਕਰਨ ਜਾਂ ਜਿਹੜਾ ਬੋਰਡ ਆ ਉਹਦੇ ਵੱਲੋਂ ਬੜਾ ਪੈਸਾ ਜਿਹੜਾ ਲੋਕਲ ਜਿਹੜਾ ਰੂਰਲ ਏਰੀਆ ਨੂੰ ਉਹਨਾਂ ਦੇ ਵਿੱਚ ਲਾਇਆ ਵੀ ਜਾਂਦਾ, ਉਹਨਾਂ ਨੂੰ ਡਿਵੈਲਪ ਵੀ ਕੀਤਾ ਜਾਂਦਾ। ਸਬਸਿਡੀ ਸੰਦਾਂ ਤੇ ਜਾਂ ਹੋਰਨਾਂ ਚੀਜ਼ਾਂ ਦੇ ਕਿਸਾਨ ਨੂੰ ਦਿੱਤੀ ਜਾਂਦੀ ਹੈ। ਤੇ APMC ਜਿਹੜੀ ਆ ਇਹ ਪਹਿਲਾਂ ਹੀ ਬੋਝ ਸੀਗਾ ਕਿਸਾਨਾਂ ਦੇ ਉੱਤੇ, ਤੇ ਜਿਹੜਾ ਇੱਕ ਨਵਾਂ ਕਾਨੂੰਨ ਬਣਨ ਜਾ ਰਿਹਾ ਜਿਹੜਾ ਪ੍ਰਾਈਵੇਟ ਮੰਡੀਆਂ ਬਣਾਉਂਦੇ ਨੇ, ਇਹ ਤਾਂ ਮੰਨ ਲਓ ਵੀ ਦੋਹਰੀ ਮਾਰ ਆ, ਕਿਸਾਨਾਂ ਦਾ ਸ਼ੋਸ਼ਣ 100% ਹੋਊਗਾ ਦੇ ਵਿੱਚ। ਭਾਜੀ ਇੱਕ ਗੱਲ ਇਹ ਵੀ ਹੈ, ਕਿਉਂਕਿ ਆਪਾਂ ਸਾਰੇ ਤੁਸੀਂ ਜਿੰਨੇ ਲੋਕ ਇੱਥੇ ਬੈਠੇ ਹੋ ਸਾਰੇ ਕਿਸਾਨੀ ਨਾਲ ਜੁੜੇ ਹੋ। ਜਦੋਂ ਆਪਾਂ ਦੇਖਦੇ ਆ ਇਹ ਗੱਲ ਕਰਦੇ ਆ ਕਿ MSP ਤੇ, ਕਿਉਂਕਿ ਜਦੋਂ ਰੇਟ ਤੈਅ ਹੋ ਗਿਆ ਤਾਂ ਉਤੋਂ ਜਿਹੜਾ ਥੱਲੇ ਖਰੀਦੇਗਾ ਉਹ ਤਾਂ ਫਿਰ ਇਲੀਗਲ ਹੋ ਗਿਆ। ਉਹਨਾਂ ਹਾਲਾਤਾਂ ਦੇ ਵਿੱਚ ਕਿਸਾਨ ਦਾ ਕੀ ਹੋਊਗਾ? ਕਿਸਾਨ ਕਿੱਥੇ ਜਾਊਗਾ? ਕਿਸਾਨ ਦਾ ਕੀ ਮੰਨਣਾ ਜੀ? ਕਿਸਾਨ ਪਹਿਲਾਂ ਵੀ ਉਜੜਿਆ ਤੇ ਹੁਣ ਜਦੋਂ ਨਹੀਂ ਉਹਨੂੰ ਸਹੀ ਰੇਟ ਮਿਲਣਗੇ ਉਹਨੇ ਉਜੜ ਜਾਣਾ। ਜੇ ਸਰਕਾਰਾਂ ਹੁਣ ਵੀ ਸਹੀ ਰੇਟ ਨਹੀਂ ਦੇ ਰਹੀਆਂ, ਜੋ ਪ੍ਰਾਈਵੇਟ ਹੋ ਗਏ, ਪ੍ਰਾਈਵੇਟ ਨੇ ਤਾਂ ਰੇਟ ਦੇਣਾ ਹੀ ਨਹੀਂ। ਇਹਦੇ ਚ ਜ਼ਿਮੀਂਦਾਰ ਨੂੰ ਮਾਰੇ ਪੈਣੀ, ਇਹਦੇ ਚ ਹੋਰ ਕੀ। ਇਹ ਲੱਗਦਾ ਹੈ ਕਿ ਜਿਹੜੀ MSP ਆ ਸਰਕਾਰ ਤੈਅ ਕਰਦੀ ਹੈ। ਸਰਕਾਰ ਜੇ ਤੁਹਾਨੂੰ ਮੰਨ ਲਓ ਕਿ ਸਰਕਾਰ ਇੱਕ ਕਿਸੇ ਫਸਲ ਦੀ 1000 ਰੁਪਏ ਤੈਅ ਕਰ ਦਿੰਦੀ ਹੈ, ਫਿਰ ਉਹ ਤੋਂ ਥੱਲੇ ਤੇ ਜਿਹੜਾ ਖਰੀਦਣਾ ਉਹ ਇਲੀਗਲ ਹੋ ਜਾਏਗਾ। ਤੇ ਲੇਕਿਨ 100% ਤੇ ਖਰੀਦ ਹੁੰਦੀ ਹੀ ਨਹੀਂ, ਫਿਰ ਕਿਸਾਨ ਦਾ ਕੀ ਬਣੂਗਾ ਉਸ ਹਾਲਾਤਾਂ 'ਚ? ਮੇਰਾ ਸਵਾਲ ਇਹੋ ਹੀ ਹੈ। ਕਿਸਾਨ ਤੇ ਘਾਟੇ ਜੀ ਸ਼ੁਰੂ ਤੋਂ ਹੀ, ਹੁਣ ਵੀ ਘਾਟੇ ਜਾ ਰਹੇ, ਅੱਗੇ ਵੀ ਘਾਟੇ ਜਾਊਗਾ ਇਸ ਹਿਸਾਬ ਨਾਲ। ਤਾਂ ਕੋਈ ਫਸਲ ਖਰੀਦੂਗਾ ਹੀ ਨਹੀਂ ਉਹਨਾਂ ਦੀ। ਜਿਹੜੇ ਛੋਟੇ ਜ਼ਿਮੀਂਦਾਰ ਨੇ ਉਹਨਾਂ ਨੂੰ ਬਹੁਤ ਔਖਾ ਜੀ, ਉਹਨਾਂ ਤੋਂ ਦਿਹਾੜੀ ਕਰਨੀ ਪਊਗੀ ਜੀ ਜਾ ਕੇ। ਕਿਸਾਨ ਜੀ ਘੱਟੋ ਘੱਟ ਫਾਂਸੀ ਫੰਦੇ ਤੇ ਲੈ ਜਾਇਆ ਜਾ ਰਿਹਾ ਕਿਸਾਨਾਂ ਨੂੰ। ਜੇ ਦੇਖਿਆ ਜਾਵੇ ਕਿ ਸਰਕਾਰ ਸਦਾ ਹੀ ਕਿਸਾਨਾਂ ਦੇ ਵਿਰੋਧ ਦੇ ਵਿੱਚ ਰਹਿੰਦੀ ਹੈ ਜੀ। ਜਦੋਂ ਵੀ ਦੇਖੋ ਇਹ ਕੋਈ ਤਾਂ ਕੋਈ ਕਾਨੂੰਨ ਕੋਈ ਤਾਂ ਕੋਈ ਚੀਜ਼ ਕਿਸਾਨ ਨੂੰ ਜਿਹਨੂੰ ਨੀਵਾਂ ਲੈ ਜਾਇਆ ਜਾਵੇ, ਹਮੇਸ਼ਾ ਹੀ ਸਦਾ ਹੀ ਵਿਰੋਧ ਰਹਿੰਦੀ ਹੈ। ਇੱਕ ਇਹ ਬੜੀ ਵੱਡੀ ਵਿਡੰਬਨਾ ਆ ਕਿ ਸਭ ਨੂੰ ਇਹ ਲੱਗਦਾ ਹੈ ਕਿ ਕਿਸਾਨ ਨੂੰ ਥੱਲੇ ਲੈ ਕੇ ਜਾਇਆ ਜਾਂਦਾ। ਹਾਂਜੀ ਤੁਸੀਂ ਕੁਝ ਕਹਿ ਰਹੇ? ਤੁਹਾਡਾ ਸਵਾਲ ਇਹ ਹੈ ਕਿ ਜਿਹੜੀ 100% ਖਰੀਦ ਸਰਕਾਰ ਕਰਦੀ ਨਹੀਂ ਹੈ ਨਾ, ਤੇ ਜਿਹੜੇ ਜੋ ਬਚ ਜਾਏਗਾ ਉਹ MSP ਥੱਲੇ ਜੇ ਖਰੀਦ ਨਹੀਂ ਸਕੇਗਾ ਤੇ ਉਹ ਤਾਂ ਉਲਝ ਜਾਏਗਾ ਤਾਣਾ ਬਾਣਾ। ਉਹ ਸਵਾਲ ਹੈ, ਉਹ ਤਾਂ ਹੁਣ ਇਸ ਤੇ ਕੀ ਵਿਚਾਰ ਹੀ ਹੈ ਕਿ ਵੀ ਕੀ ਕੀਤਾ ਜਾ ਸਕਦਾ। ਬਾਕੀ ਔਖਾ ਹੈ ਜੇ MSP ਤੇ ਪੂਰੀ ਖਰੀਦ ਨਾ ਹੋਏਗੀ ਤੇ ਜਿਹੜਾ ਬਚਾ ਰਹੇਗਾ ਉਹ ਤਾਂ ਉਲਝਣ ਵਾਲੇ ਚ ਖੇਡ ਖਿਲਰ ਜਾਏਗੀ ਨਾ। ਇਹ ਤਾਂ ਪੂਰੇ ਅੰਕੜੇ ਨੂੰ ਸੁਚੇਤ ਕਰਕੇ ਹਰ ਚੀਜ਼ ਤੇ ਜਿਹੜਾ ਕਾਨੂੰਨ ਹੈ ਜਾਂ ਕੋਈ ਇੱਕ ਬਣਾਉਣਾ ਹੈ, ਹਰ ਪਹਿਲੂ ਤੇ ਸੋਚ ਕੇ ਬਣਾਏਗਾ, ਕਿਤੇ ਕੋਈ ਕਮੀ ਰਹਿ ਨਾ ਜਾਵੇ। ਜੇ ਸਰਕਾਰ ਜਿਵੇਂ ਆਪਾਂ ਹੁਣ ਸੰਘਰਸ਼ ਵਿਧਿਆ ਹੋਇਆ, ਹੁਣ ਲੋਕੀ ਬਿਲਕੁਲ ਸਿਰੇ ਤੇ ਆਏ ਕੰਮ। ਸਭ ਨੂੰ ਇਹ ਲੱਗ ਰਿਹਾ ਕਿ ਜਿਹੜੀ ਅਗਲੀਆਂ ਮੀਟਿੰਗਾਂ ਹੋਣੀਆਂ ਸ਼ਾਇਦ ਉਹਦੇ ਚ ਸਿੱਟਾ ਨਿਕਲ ਆਊਗਾ। ਤੇ ਜੇਕਰ ਸਿੱਟਾ MSP ਤੇ ਆ ਕੇ ਨਿਕਲਦਾ ਫਿਰ ਕਿਸਾਨ ਦਾ ਕੀ ਬਣੂਗਾ? ਕਿਉਂਕਿ ਫਿਰ ਤੇ ਜਿਹੜੀ ਗੱਲ ਭਾਜੀ ਕਹਿ ਰਹੇ ਨੇ ਫਿਰ ਤੋਂ ਬੜੀ ਵੱਡੀ ਸਮੱਸਿਆ ਹੋ ਜਾਏਗੀ। ਭਾਜੀ ਗੱਲ ਦੱਸਾਂ ਕੀ ਹੈ, ਪਹਿਲੀ ਗੱਲ ਉਹ ਭਰੋਸਾ ਤਾਂ ਦਿੰਦੇ ਨੇ ਹਾਂ ਵੀ ਤੁਹਾਡਾ ਇੱਥੋਂ ਤੱਕ ਕਰਾਂਗੇ, ਪਰ ਸਾਨੂੰ ਉਹ ਚੀਜ਼ ਦਾ ਮਨਜ਼ੂਰ ਨਹੀਂ ਹੈਗਾ ਸਾਨੂੰ ਤੇ ਵਾਪਸ ਲੈਣਾ। ਠੀਕ ਹੈ, ਚਲੋ ਜੇ ਨਹੀਂ ਵੀ ਲੈਂਦੇ ਹੈਗੇ, ਪਰ ਜੇ ਕੋਈ ਸੋਧ ਵਾਲੀ ਗੱਲ ਹੈ, ਠੀਕ ਹੈ, ਫਿਰ ਇਹਨਾਂ ਨੂੰ ਆ ਨਿੱਕੀਆਂ ਗੱਲਾਂ ਸੋਚਣੀਆਂ ਚਾਹੀਦੀਆਂ। ਜਿਵੇਂ ਛੋਟੇ ਕਿਸਾਨ ਜਿਹੜੇ ਨੇ ਉਹਨਾਂ ਬਾਰੇ ਸੋਚਣਾ ਪਏਗਾ। ਨਿੱਕੀਆਂ ਗੱਲਾਂ ਕੱਲ੍ਹ ਨੂੰ ਵੱਡੇ ਮੁੱਦੇ ਬਣ ਕੇ ਅੱਗੇ ਆਉਣਗੀਆਂ। ਇਹ ਇਹਨਾਂ ਨੂੰ ਸੋਚ ਕੇ ਸਮਝ ਕੇ ਵਿਚਾਰ ਕਰਨਾ ਪਏਗਾ। ਤੇ ਵਾਰ-ਵਾਰ ਮੀਟਿੰਗਾਂ ਦੇ ਵਿੱਚ ਇਹ ਚੀਜ਼ਾਂ ਰੱਖੀਆਂ ਜਾ ਰਹੀਆਂ ਨੇ ਜਿਹੜੀਆਂ ਉਹਨਾਂ ਦੇ ਦਿਮਾਗ 'ਚ ਆ ਰਹੀਆਂ ਨੇ, ਲੇਕਿਨ ਉਹ ਸਮਝ ਨਹੀਂ ਰਹੇ ਵੀ ਅਸੀਂ ਕਰਨਾ ਚਾਹੁੰਦੇ, ਉਹ ਮੁੱਕਰ ਰਹੇ ਨੇ। ਠੀਕ ਹੈ ਨਾ, ਬਸ ਇੱਕ ਆਪਣਾ ਜਿਹੜਾ ਧਰਨਾ ਹੈ, ਸਿਸਟਮ ਹੈ, ਇਹਨੂੰ ਗਵਾਉਣਾ ਚਾਹੁੰਦੇ ਨੇ ਕਿਸੇ ਤਰੀਕੇ ਨਾਲ। ਠੀਕ ਹੈ ਨਾ, ਬਾਕੀ ਮੀਟਿੰਗਾਂ ਜਿੰਨੀਆਂ ਮਰਜ਼ੀ ਕਰਾਓ, ਗੱਲ ਤਾਂ ਉੱਥੇ ਹੀ ਖੜੀ ਹੈ ਹਨਾ। ਬਾਕੀ ਆਪਾਂ ਤਾਂ ਬੈਠੇ ਆ, ਜੇ ਕੋਈ ਉਹਨਾਂ ਦੇ ਮਨ 'ਚ ਕੋਈ ਵਹਿਮ ਕੱਢਣ ਦੀ ਕੋਸ਼ਿਸ਼ ਕਰ ਰਹੇ ਆ, ਨਹੀਂ ਨਿਕਲਦਾ ਉਹ ਵੱਖਰੀ ਗੱਲ ਹੈ। ਬਹੁਤ ਸਿਆਣੀਆਂ ਨੇ, ਸਾਨੂੰ ਲੱਗਦਾ ਨਹੀਂ ਵੀ ਕੋਈ ਵੀ ਪਹਿਲੂ ਹਰ ਪਹਿਲੂ ਤੇ ਵਿਚਾਰ ਵਟਾਂਦਰਾ ਕਰਕੇ ਹੀ ਉਹ ਸਿਰੇ ਚੜਨਗੇ। ਲੱਗਦਾ ਨਹੀਂ ਵੀ ਕੋਈ ਵੀ ਪਹਿਲੂ, ਜਿਵੇਂ MSP ਦਾ ਘਰ ਸਰਕਾਰੀ ਖਰੀਦ ਦੀ ਕਹਿ ਰਹੇ ਹੋ ਵੀ ਸਰਕਾਰੀ ਟੋਟਲ ਦਾ ਸਰਕਾਰ ਖਰੀਦ ਨਹੀਂ ਸਕਦੀ ਨਾ, ਜਿਹੜਾ ਬਚੇਗਾ ਉਹਦਾ ਕੀ ਬਣੇਗਾ। ਤਾਂ ਇਸ ਪਹਿਲੂ ਤੇ ਵੀ ਕੋਈ ਕਸਰ ਜਿਹੜੇ ਬੰਦੇ ਛੱਡਣੇ ਤਿਆਰੀ ਪੂਰੀ ਕੀਤੀ ਹੋਣੀ ਹੈ। ਲੱਗਦਾ ਇਸ ਮਸਲੇ ਦਾ ਹੱਲ ਕੀ ਹੋ ਸਕਦਾ ਹੈ? ਇਸ ਦਾ ਹੱਲ ਤੇ ਇਹੀ ਹੈ ਜੀ, ਜਿਹੜੀ ਗਵਰਨਮੈਂਟ ਹੈ ਉਹ ਹੀ ਇਹਦਾ ਹੱਲ ਕਰ ਸਕਦੀ ਹੈ। ਜਿਹੜੀ ਸਾਡੀਆਂ ਕਿਸਾਨ ਜਥੇਬੰਦੀਆਂ ਸੰਘਰਸ਼ ਕਰ ਰਹੀ ਹੈ MSP ਦੇ ਉੱਤੇ, ਜਿਵੇਂ ਤੁਸੀਂ ਇਹ ਵੀ ਗੱਲ ਆਪਾਂ ਕਹਿ ਰਹੇ ਹੁਣੇ ਪੁੱਛ ਰਹੇ ਸੀ ਕੁਐਸਚਨ ਵੀ ਜਿਹੜੀ ਫਸਲ ਰਹਿ ਜਾਏਗੀ ਵੀ ਉਹਨੂੰ ਕਿਵੇਂ ਖਰੀਦਣਗੇ ਵੀ MSP ਤੋਂ ਥੱਲੇ, ਉਹਦੇ ਉੱਤੇ ਕਿਸਾਨ ਜਥੇਬੰਦੀਆਂ ਇਹੀ ਕਹਿ ਰਹੀਆਂ ਵੀ ਉਹਦੇ ਉੱਤੇ ਇੱਕ ਕਾਨੂੰਨ ਬਣੇ। ਕਾਨੂੰਨ ਦਾ ਪ੍ਰਾਈਵੇਟ ਪਲੇਅਰ ਵੀ ਜਿਹੜਾ ਉਹ ਖਰੀਦੇਗਾ, ਉਹਨੂੰ ਉਸ ਕਾਨੂੰਨ ਦਾ ਡਰ ਹੋਏ। ਸਾਨੂੰ ਨਿਆਂਪਾਲਿਕਾ ਦਾ ਅਧਿਕਾਰ ਦਿੱਤਾ ਜਾਵੇ।
ਤੇ ਉਹ ਪ੍ਰਾਈਵੇਟ ਪਲੇਅਰ ਵੀ ਉਸ ਐਮਐਸਪੀ ਤੋਂ ਥੱਲੇ ਨਾ ਖਰੀਦ ਸਕੇ, ਕਿਉਂਕਿ ਅਗਰ ਉਹਨੂੰ ਡਰ ਹੋਏਗਾ ਤਾਂ ਹੀ ਉਹ ਖਰੀਦੇਗਾ। ਹਾਂਜੀ, ਇਹ ਚੀਜ਼ ਦਾ ਇੱਕ ਕਾਨੂੰਨ ਬਣ ਜਾਵੇ ਵੀ ਹਾਂ ਵੀ ਇਹ ਲਿਮਿਟ ਬਣ ਜੇ ਵੀ ਜੇਕਰ ਉਹ ਕੋਈ ਕਾਨੂੰਨ ਨੂੰ ਤੋੜੇਗਾ, ਥੱਲੇ ਰੇਟ ਦੀ ਲੈਣ ਦੀ ਕੋਸ਼ਿਸ਼ ਕਰੇਗਾ, ਉੱਤੇ ਕਾਰਵਾਈ ਕੀਤੀ ਜਾਵੇ। ਜਿਵੇਂ ਹੁਣ ਇਹਨਾਂ ਨੇ ਬਣਾਇਆ ਵੀ ਆਪਾਂ ਐਸਡੀਐਮ ਜਾਂ ਡੀਸੀ ਵਗੈਰਾ ਤੋਂ ਉੱਪਰ ਜਾ ਨਹੀਂ ਸਕਦੇ, ਇਹ ਕੋਰਟਾਂ ਹਾਈ ਕੋਰਟਾਂ ਜਿੰਨੇ ਵੀ ਉੱਪਰ ਤੱਕ ਨੇ ਉੱਥੋਂ ਤੱਕ ਕਾਰਵਾਈ ਦਾ ਕਾਨੂੰਨ ਬਣਾਇਆ ਜਾਵੇ। ਇਸੇ ਡਰ ਨਾਲ ਹੀ ਇਹ ਲੋਕ ਸਾਡੇ ਤੋਂ ਡਰਨਗੇ, ਨਹੀਂ ਤੇ ਸਾਨੂੰ ਖੁਦ ਨੂੰ ਖਾ ਜਾਣਗੇ। ਠੀਕ ਹੈ ਨਾ, ਇਹ ਇਹਨਾਂ ਦੀ ਸਾਰੀ ਪਲਾਨਿੰਗ ਹੈ। ਠੀਕ ਹੈ, ਲੱਗਦਾ ਹੈ ਕਿ ਸਾਨੂੰ ਨਿਆਂਪਾਲਿਕਾ ਦਾ ਜਿਹੜਾ ਅਧਿਕਾਰ ਹੈ ਉਹ ਸਾਡਾ ਹੋਣਾ ਚਾਹੀਦਾ ਹੈ, ਕਿ ਸਾਡੇ ਕੋਲ ਕੋਰਟ ਜਾਣ ਦੇ ਰਾਹ ਖੁੱਲੇ ਰਹਿਣੇ ਚਾਹੀਦੇ ਨੇ। ਹਾਂਜੀ ਹਾਂਜੀ ਬਿਲਕੁਲ ਜੀ। ਦੇਖੋ ਜੀ, ਲੋਕਤੰਤਰ ਦਾ ਰਾਜ ਹੈ ਆਪਣੇ ਦੇਸ਼ ਦੇ ਵਿੱਚ। ਜਦੋਂ ਇਸ ਜਿਹੜਾ ਕਾਨੂੰਨ ਬਣਾਏ ਗਏ ਨੇ, ਇਹ ਲੋਕਤੰਤਰ ਨੂੰ ਦਬਾਇਆ ਜਾ ਰਿਹਾ ਇਹਦੇ ਵਿੱਚ। ਵੇਖੋ, ਇਹ ਤਾਂ ਜਦੋਂ ਇੱਕ ਬੰਦੇ ਨੂੰ ਕੋਈ ਬੰਦਾ ਇੱਕ ਮੜੀ ਜੀ ਗਾਲ ਵੀ ਕੱਢ ਦਿੰਦਾ ਹੈ, ਉਹ ਬੰਦਾ ਵੀ ਕੋਰਟ ਦੇ ਵਿੱਚ ਜਾ ਸਕਦਾ, ਉਹਨੂੰ ਸਜ਼ਾ ਕਰਾ ਸਕਦਾ ਹੈ। ਤੇ ਸਾਡੀ ਤਾਂ ਜਿਹੜੀ ਆਰਥਿਕ ਸਾਰੀ ਸਥਿਤੀ ਹੈ ਉਹ ਨਿਰਭਰ ਹੀ ਕਿਸਾਨੀ ਤੇ ਹੈ, ਤੇ ਸਾਨੂੰ ਇਹ ਅਧਿਕਾਰ ਨਹੀਂ ਦਿੱਤਾ ਜਾ ਰਿਹਾ ਕਿ ਅਸੀਂ ਕੋਰਟ ਦੇ ਵਿੱਚ ਜਾਂ ਕੋਈ ਵੀ ਅਪੀਲ ਜਾਂ ਦਲੀਲ ਕਰ ਸਕਦੇ ਹਾਂ। ਇਹ ਤਾਂ ਸਰਾਸਰ ਕਿਸਾਨ ਨਾਲ ਧੱਕਾ ਹੋ ਰਿਹਾ। ਭਾਈ ਲੱਗਦਾ ਫਿਰ ਜੇ ਜਿਹੜਾ ਖਰੀਦ ਨਹੀਂ ਹੋਏਗੀ, ਕਿਸਾਨ ਦਾ ਕੀ ਬਣੂਗਾ? ਕਿਸਾਨ ਦਾ ਤੇ ਵੇਖੋ ਪਹਿਲਾਂ ਵੀ ਵਿਚਾਰੇ ਦਾ ਕੀ ਬਣਦਾ ਸੀ, ਆਪਾਂ ਸਾਰਿਆਂ ਨੂੰ ਪਤਾ ਹਨਾ। ਵਿਚਾਰੇ ਫਾਇਲ ਲਾਉਂਦੇ ਨੇ, ਹੋਰ ਵੀ ਕਰਜ਼ੇ ਥੱਲੇ ਦੱਬੇ ਨੇ। ਜੇ ਵਿਆਹ ਕਰਨਾ ਤਾਂ ਵੀ ਖੇਤ ਵੇਚ ਕੇ ਕਰਨੇ ਨੇ। ਬਹੁਤੇ ਵਿਚਾਰੇ ਕਿਸਾਨ ਨੇ ਜਿਹੜੇ ਮਝੋਲੇ, ਜਿਹਨੂੰ ਕਿਸਾਨ ਆਪਾਂ ਕਹਿ ਦਿੰਦੇ ਆ। ਵੇਖੋ, ਸਰਕਾਰ ਦੀ ਮੈਨੂੰ ਹੈਰਾਨਗੀ ਇਸ ਗੱਲ ਤੇ ਆਉਂਦੀ ਵੀ 4.5% ਜਿਹੜੀ ਸਾਡੀ ਜੀਡੀਪੀ ਹੈ ਨਾ, ਉਹ ਰਹਿ ਗਈ ਹੈ, ਤੇ 3.5% ਜਿਹੜਾ ਹਿੱਸਾ ਉਹ ਕਿਸਾਨ ਦਾ। ਸਿਰਫ 1% ਜਿਹੜਾ ਹੈ ਉਹ ਹੋਰ ਕਾਰਪੋਰੇਟ ਘਰਾਣਿਆਂ ਤੋਂ ਲਾ ਲਓ ਜਾਂ ਕਿਸੇ ਹੋਰ ਪਾਸਿਓਂ ਲਾ ਲਓ ਆਉਂਦਾ ਪਿਆ। ਤੇ 3.5% ਨੂੰ ਤੁਸੀਂ ਦਬਾ ਕੇ 1% ਵਾਲੇ ਨੂੰ ਖੁਸ਼ ਕਰਨਾ ਚਾਹੁੰਦੇ ਹੋ। ਜੇ ਹੁਣ ਤੱਕ ਤੁਹਾਡੇ ਕੋਲ 70 ਸਾਲਾਂ ਦੇ ਵਿੱਚ ਜੇ ਤੁਹਾਡੇ ਕੋਲੋਂ ਕ੍ਰਾਂਤੀ ਨਹੀਂ ਨਾ ਆਈ ਵਪਾਰ ਦੇ ਵਿੱਚ, ਤੇ ਪੰਜਾਬ ਦੇ ਹਰਿਆਣੇ ਦੇ ਕਿਸਾਨਾਂ ਨੂੰ ਦਬਾ ਕੇ ਆਉਣ ਨਹੀਂ ਲੱਗੀ। ਦੂਜੀ ਗੱਲ, ਐਮਐਸਪੀ ਜਿਹੜੀ ਆਪਾਂ ਕਹਿੰਦੇ ਨਾ, ਰੌਲਾ ਪਾਉਂਦੇ ਆ ਐਮਐਸਪੀ। ਵੇਖੋ, ਐਮਐਸਪੀ ਦੀ ਸਾਨੂੰ ਲੋੜ ਹੀ ਨਹੀਂ ਹੈਗੀ। ਸਾਨੂੰ ਤੁਸੀਂ ਐਮਆਰਪੀ ਦਿਓ। ਹਾਂ, ਜੇ ਆਪਾਂ ਮੰਨ ਲਓ ਬੂਟ ਖਰੀਦਣ ਜਾਂਦੇ ਆ, ਕੋਈ ਵੀ ਸ਼ੂਜ਼ ਏ, ਕੋਈ ਕੱਪੜਾ ਏ, ਇਹਦੇ ਉੱਤੇ ਐਮਆਰਪੀ ਹੁੰਦੀ ਵੀ 4999, 1 ਰੁਪਈਆ ਵੀ ਤੁਸੀਂ ਛਡਾ ਨਹੀਂ ਸਕਦੇ। ਤੇ ਸਾਨੂੰ ਵੀ ਸਾਡੀ ਐਮਆਰਪੀ ਦਿੱਤੀ ਜਾਵੇ। ਸਵਾਮੀਨਾਥਨ ਜਿਹੜੀ ਰਿਪੋਰਟ ਤਿਆਰ ਕੀਤੀ ਸੀ, ਉਹਦੇ ਹਿਸਾਬ ਤੇ ਮਤਲਬ 1.5 ਗੁਣਾ ਆਏ ਹਨਾ। ਹੁਣ ਤੇ ਮੋਦੀ ਕਹਿੰਦਾ ਦੁੱਗਣੀ ਤੇ ਚਲੋ ਇਹਨੇ ਕੀ ਕਰਨੀ ਹੈ, ਜਿਹੜੀ ਸਾਡੀ ਚੱਲਣ ਦੀ ਸੀ ਉਹ ਤੋਂ ਵੀ ਥੱਲੇ ਸੁੱਟਣਗੇ ਤੇ ਹਨਾ। ਜਿੱਦਾਂ ਯੂਪੀ 'ਚ ਹੋਣ ਦਿਆ, ਉੱਥੇ ਇਹਨਾਂ ਨੇ ਲਾਗੂ ਕੀਤਾ ਹੀ ਸੀ। ਬਿਹਾਰ ਦੇ ਵਿੱਚ, ਯੂਪੀ 'ਚੋਂ ਪਤਾ ਨਹੀਂ ਕਿੰਨੇ ਟਨ ਜਿਹੜਾ ਕਣਕ ਹੈ ਉਹ ਇੱਥੇ ਆਈ ਹੈ ਪੰਜਾਬ ਹਰਿਆਣੇ ਦੇ ਵਿੱਚ। ਉੱਥੇ ਰੇਟ ਹੈ 1100-1200 ਰੁਪਏ। ਸਾਡੇ ਰਿਲੇਟਿਵ ਨੇ, ਸਾਡੇ ਮਿੱਤਰ ਵੀ ਨੇ ਉੱਥੇ, ਅਸੀਂ ਪੁੱਛਦੇ ਉਹਨਾਂ ਨੂੰ 1100-1200 ਰੁਪਏ ਉੱਥੇ ਰੇਟ ਹੈ। ਉੱਥੇ ਲਾਗੂ ਕਰਕੇ ਉਹੀ ਹਾਲ ਇੱਥੇ ਹੋਏਗਾ। ਸਾਨੂੰ ਐਮਆਰਪੀ ਦਿਓ ਤੁਸੀਂ। ਬਿਲਕੁਲ, ਇਹ ਬੜੇ ਵਾਜਬ ਸਵਾਲ ਨੇ ਸਾਰਿਆਂ ਦੇ, ਕਿ ਸਰਕਾਰ ਬੇਸ਼ੱਕ ਕਵੇ ਕਿ ਅਸੀਂ ਐਮਐਸਪੀ ਦਾ ਕਾਨੂੰਨ ਬਣਾ ਦਿੰਨੇ ਆ, ਐਮਐਸਪੀ ਤੋਂ ਥੱਲੇ ਨਹੀਂ ਚੀਜ਼ਾਂ ਵੇਚੀਆਂ ਜਾਣਗੀਆਂ, ਲੇਕਿਨ ਜਿਹੜਾ ਇੱਕ ਡਰ ਹੈ ਕਿ ਜੇਕਰ ਸਰਕਾਰਾਂ, ਕਿਉਂਕਿ ਜੋ ਪ੍ਰੋਕਿਊਰਮੈਂਟ ਹੁੰਦੀ ਹੈ, ਜਦੋਂ ਖਰੀਦ ਹੁੰਦੀ ਹੈ 100% ਨਹੀਂ ਖਰੀਦਿਆ ਜਾਂਦਾ, ਉਸ ਤੋਂ ਬਾਅਦ ਜਿਹੜੀ ਖਰੀਦ ਹੋਏਗੀ ਉਹ ਇਲੀਗਲ ਹੋ ਜਾਏਗੀ। ਤੇ ਇਹ ਲੱਗਦਾ ਹੈ ਕਿ ਜਿਹੜੇ ਪ੍ਰਾਈਵੇਟ ਪਲੇਅਰ ਆਉਣ, ਉਹਨਾਂ ਲਈ ਵੀ ਕਾਨੂੰਨ ਦੀ ਲੋੜ ਹੈ ਕਿ ਜੇਕਰ ਉਹ ਰਹਿਣਗੇ ਤਾਂ ਐਮਐਸਪੀ ਤੋਂ ਥੱਲੇ ਨਾ ਖਰੀਦਣ। ਇਹ ਸਭ ਜਿਹੜੇ ਨੇ, ਇਹਨਾਂ ਦਾ ਸਭ ਤੋਂ ਵੱਡਾ ਖਦਸ਼ਾ ਇਹ ਹੋਈ ਹੈ ਕਿ ਜੇਕਰ ਸਾਡਾ ਕਿਸਾਨ, ਤੇ ਦੂਸਰੀ ਚੀਜ਼ ਜਿਹੜੀ ਕਹੀ ਜਾਂਦੀ ਹੈ ਕਿ ਪੂਰਾ ਇੱਕ ਬਾਜ਼ਾਰ ਮਿਲ ਗਿਆ ਕਿਸਾਨ ਨੂੰ, ਕਿਸਾਨ ਕਿਤੇ ਵੀ ਜਾ ਕੇ ਕੋਈ ਚੀਜ਼ ਵੇਚ ਸਕਦਾ ਹੈ, ਉਹਨਾਂ ਹਾਲਾਤਾਂ ਦੇ ਵਿੱਚ ਕਿਸਾਨ ਜਿਹੜਾ ਖਾਸ ਤੌਰ ਤੇ ਛੋਟਾ, ਕਿਉਂਕਿ ਜੇਕਰ ਅਸੀਂ ਦੇਖੀਏ ਤਾਂ ਸਾਡੇ ਆਪਣੇ 2 ਤੋਂ 5 ਕਿੱਲਿਆਂ ਵਾਲਾ ਬੜੀ ਵੱਡੀ ਗਿਣਤੀ ਦਾ ਕਿਸਾਨ ਹੈ, ਤਾਂ ਉਹਦੇ ਲਈ ਸਭ ਤੋਂ ਵੱਡੀ ਮੁਸੀਬਤ ਹੈ ਕਿ ਉਹਦੇ ਕੋਲ ਟਰੈਕਟਰ ਟਰਾਲੀ ਨਹੀਂ ਹੈਗਾ, ਤਾਂ ਉਹ ਆਪਣੇ ਸ਼ਹਿਰ ਤੋਂ ਦੂਸਰੇ ਸ਼ਹਿਰ ਜਾ ਕੇ ਵੇਚ ਕਿਵੇਂ ਸਕੇਗਾ। ਇਹ ਸਾਰੇ ਖਦਸ਼ੇ ਨੇ ਜੋ ਕਿ ਸਰਕਾਰ ਨੂੰ ਇੱਕ ਕਾਨੂੰਨ ਬਣਾਉਣ ਤੋਂ ਸ਼ਾਇਦ ਪਹਿਲਾਂ ਦੂਰ ਕਰਨੇ ਚਾਹੀਦੇ ਸਨ। ਹੁਣ ਉਹਨਾਂ ਦੀ ਮੰਗ ਹੀ ਇਹ ਵੇ ਕਿ ਸਰਕਾਰ ਇਹਨਾਂ ਨੂੰ ਰੋਲ ਬੈਕ ਕਰੇ, ਲੇਕਿਨ ਉਮੀਦ ਕੀਤੀ ਜਾਵੇ ਕਿ ਸਰਕਾਰ ਆਪਣੀ ਮੀਟਿੰਗਾਂ ਦੇ ਵਿੱਚ ਇਹਨਾਂ ਦਾ ਹੱਲ ਕੱਢੇਗੀ, ਜਿਸ ਨਾਲ ਕਿ ਇਹ ਕਿਸਾਨ ਜੋ ਸੜਕ ਤੇ ਬੈਠਾ ਹੈ, ਜਿਹਨੂੰ ਆਪਣੇ ਖੇਤ 'ਚ ਹੋਣਾ ਚਾਹੀਦਾ ਸੀ, ਉਹ ਪਿੰਡ ਆਪਣੇ ਵਾਪਸ ਜਾ ਸਕੇ। ਕੈਮਰਾਮੈਨ ਵਿਕਰਮ ਦੇ ਨਾਲ ਹਰਪ੍ਰੀਤ ਸਿੰਘ, ਪੀਟੀਸੀ ਨਿਊਜ਼, ਦਿੱਲੀ ਬਾਰਡਰ।